ਜਦੋਂ ਇੱਥੇ ਆਏ ਆ ਪਹਿਲੇ ਦਿਨ ਉਦੋਂ ਸੀ ਥੋੜਾ ਡਰ ਸੀ ਮਨ 'ਚ ਕਿ ਨਹੀਂ ਸਹੀ ਹੈ ਪ੍ਰੋਟੈਸਟ 'ਚ। got here and there was not even a single day that I thought that I should leave the protest and get back to my कुछ चीज़ों लिए कुछ राइट्स लिए of course लड़ना ही पैंदा और being a woman I have seen this quite a number of time. For this man I would say he's the man of his words. He's the most humble doctor I have ever seen in my entire life. Whenever he goes somewhere, he doesn't see कि ਆਪਾਂ ਕੁੜੀਆਂ ਵਾਂ ਉੱਥੇ ਰਹਿ ਲਈ ਉੱਥੇ ਜ਼ਿਆਦਾ ਜੋ ਆਪਾਂ ਇਹ ਚੀਜ਼ ਹਮੇਸ਼ਾ ਸੋਚਦੇ ਆ ਆਪਾਂ ਹਮੇਸ਼ਾ ਸੁਣਦੇ ਆਏ ਆ ਕਿ ਸਾਰਿਆਂ 'ਚ ਆਪਸ 'ਚ ਕਿੰਨਾ ਪਿਆਰ ਆ ਸਾਡੇ ਬਜ਼ੁਰਗ ਆਪਸ 'ਚ ਕਿੰਨਾ ਮੇਲ ਜੋਲ ਰੱਖਦੇ ਆ ਇੱਕ ਦੂਜੇ ਦਾ ਧਿਆਨ ਰੱਖਦਾ ਹੈ ਇਹ ਚੀਜ਼ ਇੱਥੇ ਆ ਕੇ ਜ਼ਿਆਦਾ ਦਿਖੀ। ਉਹ ਇੱਕ ਮਿਸਾਲ ਆ ਇੱਕ ਪੇਸ਼ੈਂਸ ਦੀ ਇੱਕ ਪਾਵਰ ਦੀ ਜੋ ਉਹਨਾਂ ਤੋਂ ਸਾਨੂੰ ਦਿਖੀ ਆ ਆਪਾਂ ਇੰਸਪਾਇਰ ਹੋਏ ਆ ਚੀਜ਼ ਦੇਖ ਕੇ ਕਿ ਇੰਨੀ ਟੈਰੀਬਲ ਕੰਡੀਸ਼ਨਸ 'ਚ ਰਹਿ ਕੇ ਵੀ ਦੇ ਹੈਵ ਦਿਸ ਸਟਰੈਂਥ ਟੂ ਕੰਟੀਨਿਊ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ। ਕਿਸਾਨ ਅੰਦੋਲਨ ਆਪਦੇ ਜਿਹੜਾ ਹੈਗਾ ਅਖੀਰਲੇ ਪੜਾਅ ਵੱਲ ਵਧ ਰਿਹਾ, ਜਿੱਥੇ ਸਾਡੇ ਨੌਜਵਾਨਾਂ ਨੇ ਇਸ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਪਾਇਆ, ਉੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਵੱਡਾ ਯੋਗਦਾਨ ਪਾਇਆ। ਮੇਰੇ ਨਾਲ ਇਸ ਵਕਤ ਜਿਹੜਾ ਹੈਗਾ ਮੌਜੂਦ ਹੈ ਡਾਕਟਰ ਪੇਸ਼ਾ ਉਹਨਾਂ ਦਾ, ਤੇ ਲਗਾਤਾਰ ਜਿਹੜਾ ਹੈਗਾ ਲਗਭਗ 6-7 ਮਹੀਨੇ ਤੋਂ ਜਿਹੜਾ ਟਿਕਰੀ ਵੱਢਦੇ ਸਵਾਉਣ ਵਾਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਡਾਕਟਰ ਰਮਨਜੋਤ ਕੌਰ। ਡਾਕਟਰ ਰਮਨਜੋਤ ਕੌਰ। ਰਮਨ, ਲਗਾਤਾਰ ਬਾਰਡਰਾਂ ਤੇ ਰਹੇ ਹੋ, ਹੈ ਨਾ? ਹਾਂਜੀ। ਕੀ ਸਭ ਤੋਂ ਜਿਹੜਾ ਹੈਗਾ ਔਖਾ ਦਿਨ ਕਿਹੜਾ ਸੀਗਾ ਇੱਥੇ? ਸਭ ਤੋਂ ਔਖਾ ਦਿਨ ਐਜ਼ ਅ ਡਾਕਟਰ ਜੇ ਮੈਂ ਦੱਸਾਂ ਤਾਂ ਸਾਡੇ ਬੇਬੇ ਬਾਪੂ ਜੀ ਨੂੰ ਠੰਡ 'ਚ ਜਾਂ ਫਿਰ ਇੰਨੀ ਤਿੱਖੜ ਦੁਪਹਿਰ 'ਚ ਤੁਰੇ ਫਿਰਦੇ ਦੇਖ ਕੇ, ਜਾਂ ਫਿਰ ਇੰਨੀ ਬਾਰਿਸ਼ ਹੋਈ ਆ ਪਿੱਛੇ ਜੇ ਸਟੋਰਮਸ ਹੋਏ ਨੇ ਉਹਦੇ ਵਿੱਚ ਰਹਿੰਦੇ ਹੋਏ, ਵਿੱਚ ਦੀ ਫਾਇਰਸ ਹੋਈਆਂ ਨੇ ਇੰਨੀਆਂ, ਉਹਦੇ ਵਿੱਚ ਜੂਝਦੇ ਹੋਏ ਦੇਖਿਆ। ਉਹ ਦਿਨ ਬਹੁਤ ਤਕਲੀਫ ਵਾਲੇ ਸੀਗੇ, ਜਿਵੇਂ ਉਹ ਆਪਣੀ ਤਕਲੀਫਾਂ ਲੈ ਕੇ ਆਉਂਦੇ ਸੀਗੇ। ਲਾਈਕ ਬੀਇੰਗ ਇਨ ਅ ਡਾਕਟਰ ਪ੍ਰੋਫੈਸ਼ਨ, ਸਮ ਆਫ ਦ problems which we face in our older age is hypertension and diabetes. That was really high, like they were not having any medication record. We had to like start it over again, and ohi cheeਜ਼ਾਂ ਚੱਲਦੇ ਜੋ ਫਲੇਅਰ ਅਪ ਕਰਦੀਆਂ ਚੀਜ਼ਾਂ ਨੂੰ, ਹਾਰਟ ਦੀ ਕੰਡੀਸ਼ਨਸ ਨੇ, ਸਕਿਨ ਦੀ ਕੰਡੀਸ਼ਨਸ ਨੇ, ਇੱਥੇ ਰਹਿੰਦੇ ਹੋਏ ਖਾਰੇ ਪਾਣੀ ਨਾਲ ਨਹਾਉਂਦੇ ਹੋਏ ਦੇਖ ਕੇ ਉਹਨਾਂ ਸਕਿਨ 'ਚ ਇਚਿੰਗ ਇਹ ਉਹ ਕਾਫੀ ਇਨਫੈਕਸ਼ਨ ਸੀਗੀਆਂ ਜਿਹਦੇ ਨਾਲ ਸਾਨੂੰ ਜੂਝਣਾ ਪਿਆ। ਉਹਦੇ ਹਿਸਾਬ ਨਾਲ ਫਿਰ ਆਪਾਂ ਮੈਡੀਕਲ ਟੀਮ ਖੜੀ ਕਰੀ, ਆਪਣੀ ਡਰਮੇਟੋਲੋਜੀ ਟੀਮ, ਆਪਣੀ ਕਾਰਡੀਓਲੋਜੀ ਟੀਮ ਸੀਗੀ ਸਰ ਨਾਲ। ਸੋ ਆਪਾਂ ਸਾਰੇ ਉਸੇ ਹਿਸਾਬ ਨਾਲ ਉਹਨਾਂ ਡੀਲ ਕੀਤਾ, ਬਟ ਉਹ ਚੀਜ਼ਾਂ ਦੇਖਣੀਆਂ ਬਹੁਤ ਦੁਖਦਾਇਕ ਸੀਗੀਆਂ ਸਾਡੇ ਲਈ। ਤੇ ਸਭ ਤੋਂ ਵੱਧ ਖੁਸ਼ੀ ਕਦੋਂ ਹੋਈ ਇੱਥੇ? ਸਭ ਤੋਂ ਵੱਧ ਖੁਸ਼ੀ ਇਸ ਚੀਜ਼ ਦੀ ਸੀ ਕਿ ਇੱਕ ਹੋਪ ਜੋ ਗੁਰਪੁਰਬ ਵਾਲੇ ਦਿਨ ਸਾਨੂੰ ਮਿਲੀ। ਆਪਾਂ ਸਾਰੇ ਉੱਠਦੇ ਸਾਰੀ ਜਦ ਦੇਖਿਆ, ਟਵੀਟਸ ਦੇਖੇ, NDTV ਤੇ ਨਿਊਜ਼ ਪੜ੍ਹੀਆਂ, ਪਹਿਲਾਂ ਯਕੀਨ ਨਹੀਂ ਹੋਇਆ ਇੱਕਦਮ ਅੱਖਾਂ ਨੂੰ, ਪਰ ਜਦੋਂ ਦੇਖਿਆ ਤਾਂ ਇੰਨੀ ਕੁ ਖੁਸ਼ੀ ਹੋਈ ਕਿ ਹੁਣ ਫਾਈਨਲੀ ਸਾਰੇ ਜਾਣੇ ਆਪਣੇ ਆਪਣੇ ਘਰ ਪਰਤ ਸਕਦੇ ਆ, ਕਿ ਹੁਣ ਸਾਨੂੰ ਹੋਰ ਉਹਨਾਂ ਨੂੰ ਇੱਥੇ ਬੈਠੇ ਦੇਖਣਾ ਨਹੀਂ ਪੈਣਾ ਜ਼ਮੀਨ ਤੇ। ਐਜ਼ ਏ ਗਰਲ ਕਿੰਨਾ ਕੁ ਔਖਾ ਸੀਗਾ ਇੱਥੇ ਸੇਵਾਵਾਂ ਦੇਣੀਆਂ? ਜਦੋਂ ਇੱਥੇ ਆਏ ਆ ਪਹਿਲੇ ਦਿਨ ਉਦੋਂ ਸੀ ਥੋੜਾ ਡਰ ਸੀ ਮਨ 'ਚ ਕਿ ਨਹੀਂ ਸਹੀ ਹੈ ਪ੍ਰੋਟੈਸਟ 'ਚ ਕਈ ਵਾਰ ਜਾਣਾ, ਨਹੀਂ ਇਨਵਾਇਰਨਮੈਂਟ ਸਹੀ ਹੋ ਸਕਦਾ, ਕੀ ਪਤਾ ਸਾਨੂੰ ਉੱਥੇ ਸੇਫਟੀ ਨਾ ਹੋਵੇ, ਕੀ ਪਤਾ ਆਪਾਂ ਆਪਣੀ ਆਪ ਦੀ ਪ੍ਰੋਟੈਕਸ਼ਨ ਨਾ ਕਰ ਪਾਈਏ। ਪਰ ਜਦੋਂ ਆਏ ਸੀਗੇ ਟੀਮ ਨਾਲ ਜੁੜੇ ਆ ਤਾਂ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਇਨਕਲਾਬ ਦਾ, ਇੱਕ ਵੱਖਰੀ ਪ੍ਰੋਟੈਸਟ ਦੇਖੀ ਆ। ਐਜ਼ ਵੀ ਆਲ ਨੋ ਇਟ ਵਾਜ਼ ਅ ਪੀਸਫੁਲ ਪ੍ਰੋਟੈਸਟ। I would say it was a peaceful protest for every aspect of this society, especially women. For women it was the main thing which women always talk about is the protection, is the safety, is the friendly environment which we want for ourselves, and that's what I
got here, and there was not even a single day that I thought that I should leave the protest and get back to my place, because it was not safe, but everything was going smooth. And ਜਿਵੇਂ ਸਾਨੂੰ ਪਤਾ ਚੱਲਿਆ ਕਿ ਗੁਰਪੁਰਬ ਤੇ ਵਾਲੇ ਦਿਨ ਇੰਨੀ ਵਧੀਆ ਖੁਸ਼ੀ ਦਾ ਮਾਹੌਲ ਹੋਇਆ ਉਸ ਦਿਨ, ਸਾਡੀ ਅੱਧੀ ਪ੍ਰੋਬਲਮਸ, ਸਾਡੀ ਅੱਧੀ ਟੈਨਸ਼ਨਸ ਵੈਸੇ ਹੀ ਘਟ ਗਈਆਂ. ਸੋ ਬੀਇੰਗ ਅ ਗਰਲ, I was really happy watching our grandparents happy that finally we'll get back home. ਤੇ ਜਦੋਂ ਆਪਾਂ ਕਿ ਇੱਥੇ ਆਪਣਾ ਮੰਨ ਲਓ ਪ੍ਰੋਟੈਸਟ ਦੇ ਵਿੱਚ ਆਉਣਾ, ਜਿੱਥੇ ਤੁਸੀਂ ਜੌਬ ਕਰਦੇ ਹੋ, ਫਿਰ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਉੱਥੇ ਮਿਲ ਜਾਂਦੀ ਸੀ ਛੁੱਟੀ ਆਸਾਨੀ ਨਾਲ? ਕੁਛ ਚੀਜ਼ਾਂ ਲਈ, ਕੁਛ ਰਾਈਟਸ ਲਈ ਆਫ ਕੋਰਸ ਲੜਨਾ ਹੀ ਪੈਂਦਾ, ਔਰ ਬੀਇੰਗ ਅ ਵੂਮਨ ਆਈ ਹੈਵ ਸੀਨ ਦਿਸ ਕੁਆਇਟ ਅ ਨੰਬਰ ਆਫ ਟਾਈਮ that wherever we are in a workplace, in somewhere like in a crowded place or somewhere, we have to stand for our voice. So that's what I did. Back in my workplace, Fortis Hospital, Ludhiana, I was working as a medical resident, MBBS resident. So I used to propose for my permission to get some of the days to come back here in protest. But sometimes they used to propel this thing that ਹਜੇ ਲੋੜ ਨਹੀਂ ਹੈ, ਹਜੇ ਛੁੱਟੀ ਦੀ ਲੋੜ ਨਹੀਂ ਹੈ, ਲਾਸਟ ਮੰਥ ਤੁਹਾਨੂੰ ਦਿੱਤੀ ਸੀ, ਹੋਰ ਤੁਹਾਨੂੰ ਨਹੀਂ ਦੇਵਾਂਗੇ. I thought ਕਿ this is giving me a backdrop. So that's what I did. Then I left the job this month, and finally I came here, and then we got this news that finally it's all going over, but still we have a hope, and I want that this thing should be over soon, that all we did, like everything we did since 6-7 months, all those days I asked for these holidays to come here, everything goes fine. So this was it. ਡਾਕਟਰ ਸਾਹਿਬਾਨ ਦੀ ਜਿਹੜੀ ਟੀਮ ਦੇ ਵਿੱਚ ਕੰਮ ਕੀਤਾ ਲਗਾਤਾਰ, ਡਾਕਟਰ ਸਾਹਿਬ ਨਾਲ ਤੁਸੀਂ ਸੇਵਾਵਾਂ ਨਿਭਾਈਆਂ, ਕਿਸ ਤਰ੍ਹਾਂ ਦਾ ਸੀਗਾ ਡਾਕਟਰ ਸਾਹਿਬਾਨ ਦਾ ਸੁਭਾਅ? ਕਿਸ ਤਰ੍ਹਾਂ ਉਹਨਾਂ ਨੇ ਏਡੀ ਵੱਡੀ ਜਿਹੜੀ ਟੀਮ ਨੂੰ ਕਿਸ ਤਰ੍ਹਾਂ ਆਪਾਂ ਕਿ ਹੈਂਡਲ ਕਿਵੇਂ ਕੀਤਾ? ਕਿਉਂਕਿ ਇਕੱਲੀਆਂ ਡਾਕਟਰੀ ਸੇਵਾਵਾਂ ਨਹੀਂ, ਨਾਲ ਉਹਨਾਂ ਨੇ ਜਿਹੜਾ ਮੈਡੀਕਲ ਦੇ ਨਾਲ ਲੋਕਾਂ ਨੇ ਸ਼ੈਲਟਰ ਦੇਣਾ, ਘਰ ਬਣਾ ਕੇ ਦੇਣੇ, ਉਹਨਾਂ ਨੂੰ ਜ਼ਰੂਰੀ ਵਸਤੂਆਂ ਦੇਣੀਆਂ, ਉਹਨਾਂ ਦਾ ਮਨੋਬਲ ਬਣਾ ਕੇ ਰੱਖਣਾ, ਬਾਅਦ ਦੇ ਵਿੱਚ ਉਹਨਾਂ ਦਾ ਲਗਾਤਾਰ ਪੰਜਾਬ ਦੇ ਵਿੱਚ ਲਗਾਤਾਰ ਕਵਰੇਜ ਕਰਨਾ, ਰੈਲੀਆਂ 'ਤੇ ਜਾਣਾ, ਹੋਰ ਜਾਣਾ, ਕਿਵੇਂ ਐਡਾ ਮਲਟੀਟਾਸਕ ਕਿਵੇਂ ਕਰ ਸਕਦੇ ਹੋ? For this man, I would say he's the man of his words. He's the most humble doctor I have ever seen in my entire life. Coming from such a nice place, coming from such a nice family, this guy is not having any kind of ego problem, which I thought being this level doctor may be in him. When I first saw him on Instagram, I was like, yes, maybe it's difficult to come forward and work with him. Maybe ਸਾਨੂੰ ਮੌਕਾ ਹੀ ਨਾ ਮਿਲੇ, ਕਈ ਸਾਰੇ ਲੋਕ ਉਹਨਾਂ ਨਾਲ ਕੰਮ ਕਰਨਾ ਚਾਹੁੰਦੇ ਹੋਣਗੇ, ਕੀ ਪਤਾ ਆਪਾਂ ਉੱਥੇ ਤੱਕ ਪਹੁੰਚ ਪਾਈਏ ਕਿ ਨਾ. ਪਰ ਜਦੋਂ ਆਏ ਇੱਥੇ ਤੇ ਸਰ ਨਾਰਮਲ ਆਫਿਸ 'ਚ ਮਿਲੇ, ਸਾਨੂੰ ਨਾਰਮਲ ਗੱਲਾਂ ਹੋਈਆਂ, ਸਾਨੂੰ ਆ ਕੇ ਆਪ ਪਰਸਨਲੀ ਰੂਮ 'ਚ ਵੀ ਪੁੱਛਿਆ, ਮੇਰੇ ਨਾਲ 2-3 ਹੋਰ ਲੇਡੀ ਡਾਕਟਰ ਸੀਗੀਆਂ, ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਤੁਸੀਂ ਆ ਕੇ ਸਿੱਧਾ ਮੈਨੂੰ ਕਹਿਣਾ. उस चीज़ ने काफ़ी पॉइंट ऑफ व्यूज़ मेरे चेंज करे about this guy. And whenever he goes somewhere, he doesn't see कि ਆਪਾਂ ਕੁੜੀਆਂ ਵਾ ਉੱਥੇ ਰੈਲੀ ਆ, ਉੱਥੇ ਜ਼ਿਆਦਾ ਲੋਕ ਹੋਣਗੇ, ਆਪਾਂ ਨਾ ਕੁੜੀਆਂ ਨੂੰ ਲੈ ਕੇ ਜਾਈਏ, ਮੇ ਬੀ ਸੇਫਟੀ ਨਾ ਹੋਵੇ. ਕੱਲ੍ਹ ਹੀ ਆਪਾਂ ਮਹਾਪੰਚਾਇਤ ਤੋਂ ਆਏ ਹਾਂ, ਲਖਨਊ ਤੋਂ, ਐਂਡ there was lakhs of people, and he was bold enough to take us there. ਐਂਡ ਇਹ ਚੀਜ਼ ਦੇਖ ਕੇ ਬੜੀ ਖੁਸ਼ੀ ਹੋਈ ਕਿ ਆਪਾਂ ਆਪਣੇ ਆਪ 'ਤੇ ਜਿੰਨਾ ਵਿਸ਼ਵਾਸ ਰੱਖਦੇ ਹਾਂ, ਉਹਨਾਂ ਉਹ ਸਾਡੇ 'ਤੇ ਰੱਖਦੇ ਆ. ਸੋ ਮੈਨੂੰ ਬਹੁਤ ਵਧੀਆ ਲੱਗਿਆ ਇਹ ਚੀਜ਼ ਉਹਨਾਂ ਬਾਰੇ. ਜਦੋਂ ਅੰਦੋਲਨ ਜਿਹੜਾ ਹੈਗਾ ਇਹ ਖਤਮ ਹੋ ਜਾਣਾ, ਲੋਕ ਘਰਾਂ ਨੂੰ ਚਲੇ ਜਾਣਗੇ, ਕਿਹੜੀ ਚੀਜ਼ ਸਭ ਤੋਂ ਵੱਧ ਮਿਸ ਕਰੋਗੇ? ਜੋ ਆਪਾਂ ਇਹ ਚੀਜ਼ ਹਮੇਸ਼ਾ ਸੋਚਦੇ ਹਾਂ, ਆਪਾਂ ਹਮੇਸ਼ਾ ਸੁਣਦੇ ਆਏ ਹਾਂ ਕਿ ਸਾਰਿਆਂ 'ਚ ਆਪਸ 'ਚ ਕਿੰਨਾ ਪਿਆਰ ਆ, ਸਾਡੇ ਬਜ਼ੁਰਗ ਆਪਸ 'ਚ ਕਿੰਨਾ ਮੇਲ ਜੋਲ ਰੱਖਦੇ ਆ, ਇੱਕ ਦੂਜੇ ਦਾ ਧਿਆਨ ਰੱਖਦਾ ਹੈ. ਇਹ ਚੀਜ਼ ਇੱਥੇ ਆ ਕੇ ਜ਼ਿਆਦਾ ਦਿਖੀ. ਆਪਾਂ ਰੋਜ਼ ਰੂਰਲ ਏਰੀਆਜ਼ 'ਚ ਤਾਂ ਨਹੀਂ ਜਾ ਸਕਦੇ, ਪਰ ਉਹ ਰੂਰਲ ਏਰੀਆ ਹੀ ਸਾਰਾ ਇੱਥੇ ਆ ਗਿਆ, ਤੇ ਉਹ ਚੀਜ਼ ਦੇਖਣ ਨੂੰ ਮਿਲੀ. ਆਪਸ 'ਚ ਪਿਆਰ ਹੈ. ਜਦ ਵੀ ਆਪਾਂ ਕਿਤੇ ਦੂਰ ਜਾਂਦੇ, 10 ਕਿਲੋਮੀਟਰ ਪਰੇ ਜਾਂਦੇ ਕਿਸੇ ਨੂੰ ਮਿਲਣ, ਤਾਂ ਸਾਨੂੰ ਆਪਣੀ ਪ੍ਰੋਬਲਮ ਬਾਅਦ 'ਚ ਦੱਸਦੇ ਆ, ਸਾਨੂੰ ਪਹਿਲਾਂ ਬਿਠਾਉਂਦੇ ਆ, ਸਾਨੂੰ ਪਿਆਰ ਕਰਦੇ ਆ, ਸਾਨੂੰ ਪੁੱਛਦੇ ਆ ਵੀ ਤੁਸੀਂ ਕਿੱਥੋਂ ਆਏ ਹੋ, ਤੇ ਫਿਰ ਆਪਾਂ ਉਹਨਾਂ ਦੀ ਟ੍ਰੀਟਮੈਂਟ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ. ਕਈ ਵਾਰੀ ਤਾਂ ਸਿਰਫ ਦਵਾਵਾਂ ਹੀ ਨੇ ਜਿਹੜੀ ਸਾਨੂੰ ਅੱਗੇ ਲੈ ਕੇ ਜਾ ਸਕਦੀਆਂ, ਤੇ ਉਹ ਦਵਾਵਾਂ ਹੀ ਸਾਨੂੰ ਬਹੁਤ ਨੇ ਜੋ ਇੱਥੇ ਸਾਨੂੰ ਸਾਰਿਆਂ ਤੋਂ ਮਿਲੀਆਂ. ਇਹ ਚੀਜ਼ ਸਭ ਤੋਂ ਵਧੀਆ ਤੇ ਸਭ ਤੋਂ
ਪਿਓਰ ਸੀ ਜੋ ਸਾਨੂੰ ਇੱਥੇ ਮਿਲੀ। ਪੈਸੇ ਇਹ ਉਹ ਸਭ ਮਿਲ ਜਾਂਦਾ ਲਾਈਫ 'ਚ, ਬਟ ਇਹ ਚੀਜ਼ਾਂ ਨੇ ਜੋ ਸਾਨੂੰ ਅੱਗੇ ਤੱਕ ਲੈ ਕੇ ਜਾਂਦੀਆਂ, ਤੇ ਇਹੀ ਚੀਜ਼ ਮੈਂ ਸਭ ਤੋਂ ਜ਼ਿਆਦਾ ਮਿਸ ਕਰੂੰਗੀ। ਜਿਹੜੇ ਉਹਨਾਂ ਦਾ ਜਜ਼ਬਾ ਸੀਗਾ ਲਗਾਤਾਰ, ਖਾਸ ਕਰ ਬਜ਼ੁਰਗਾਂ ਦਾ, ਸਾਡੀਆਂ ਮਾਵਾਂ ਦਾ, ਹੈ ਨਾ, ਇੱਦਾਂ ਕਈ ਵਾਰੀ ਲੱਗਦਾ ਸੀਗਾ ਕਿ ਸ਼ਾਇਦ ਲੋਕ ਕਹਿੰਦੇ ਸੀ ਕਿ ਮੋਦੀ ਮੰਨੂਗਾ ਜਾਂ ਨਹੀਂ ਮੰਨੂਗਾ। ਸਭ ਤੋਂ ਵੱਡੀ ਗੱਲ ਹੈ ਨਾ, ਸਰਕਾਰ ਮੰਨੇ ਨਾ, ਅਨਸਰਟਨਿਟੀ ਸੀ, ਹੋ ਸਕਦਾ ਸੀ ਅੰਦੋਲਨ 2024 ਤੱਕ ਚੱਲ ਜੇ, ਹੈ ਨਾ, ਤੇ ਉਹਦੇ ਚੋਂ ਉਹਨਾਂ ਨੇ ਪੋਜ਼ਿਟਿਵਿਟੀ ਕੱਢ ਕੇ ਅੰਦੋਲਨ ਜਿੱਤਿਆ। ਇਹ ਸਾਰੀ ਉਮਰ ਦੇ ਵਿੱਚ ਮੰਨ ਲਓ ਆਪਾਂ ਕਈ ਵਾਰੀ ਬੰਦੇ ਦਾ ਹੁੰਦਾ ਨਾ ਵੀ ਉਹ ਅਡੋਲ ਜੀ ਬਣ ਜਾਂਦੇ ਆ। ਇਹ ਤੋਂ ਜਿਹੜਾ ਹੈਗਾ, ਤੁਸੀਂ ਡਾਕਟਰ ਸਾਹਿਬ ਕਿਹੜੀ ਚੀਜ਼ ਨੂੰ ਲੈ ਕੇ ਗਏ ਹੋ? ਮੈਨੂੰ ਇੱਕ ਚੀਜ਼ ਜੋ ਇੱਥੇ ਸਭ ਤੋਂ ਵਧੀਆ ਲੱਗੀ ਕਿ ਮੈਂ ਜੋ ਸੁਣਿਆ ਸੀ ਉਹੀ ਦੇਖਿਆ। ਝੁਕਿਆਂ ਨੂੰ ਫੁੱਲ ਲੱਗਦੇ ਆ ਹਮੇਸ਼ਾ। ਸਾਡੇ ਬਜ਼ੁਰਗ ਝੁਕ ਕੇ ਰਹੇ ਇੰਨਾ ਟਾਈਮ, ਆਪਣੇ ਆਪ ਨੂੰ ਸਮੇਟ ਕੇ ਰੱਖਿਆ ਉਹਨਾਂ ਨੇ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡੀ ਉਮਰ ਕਿੰਨੀ ਹੈ, ਉਹਨਾਂ ਨੇ ਇਹ ਨਹੀਂ ਦੇਖਿਆ ਆਪਾਂ ਕਿੱਥੋਂ ਆਏ ਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਆਪਾਂ ਕਿੰਨੇ ਟਾਈਮ ਤੱਕ ਇੱਥੇ ਰਹਿਣਾ। ਉਹ ਇੱਕ ਮਿਸਾਲ ਆ, ਇੱਕ ਪੇਸ਼ੈਂਸ ਦੀ, ਇੱਕ ਪਾਵਰ ਦੀ, ਜੋ ਉਹਨਾਂ ਤੋਂ ਸਾਨੂੰ ਦਿਖੀ ਆ। ਆਪਾਂ ਇੰਸਪਾਇਰ ਹੋਏ ਆ ਚੀਜ਼ ਦੇਖ ਕੇ ਕਿ ਇੰਨੀ ਟੈਰੀਬਲ ਕੰਡੀਸ਼ਨਸ 'ਚ ਰਹਿ ਕੇ ਵੀ they have this strength to continue, and this is what I have learned from them. ਐਂਡ ਮੈਨੂੰ ਨਹੀਂ ਪਤਾ ਸੀ ਇਹ ਚੀਜ਼ ਕਦੋਂ ਤੱਕ ਚੱਲਣੀ ਹੈ, ਕੀ ਪਤਾ ਸਾਨੂੰ ਅੱਗੇ ਕਿੰਨੇ ਅੰਦੋਲਨ ਲੜਨੇ ਪੈਣ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਆਪਾਂ ਪੀਸਫੁਲੀ ਜੋ ਕੰਮ ਕਰ ਸਕਦੇ ਹਾਂ ਉਹ ਆਪਾਂ ਲੜ ਕੇ ਨਹੀਂ ਕਰ ਸਕਦੇ। ਇਸ ਚੀਜ਼ ਦੀ ਮਿਸਾਲ ਇਹਨਾਂ ਨੇ ਇੱਥੇ ਬੈਠ ਕੇ ਦਿੱਤੀ ਹੈ 1 ਸਾਲ। ਬਿਲਕੁਲ, ਤੁਸੀਂ ਸਮਾਂ ਦਿੱਤਾ, ਧੰਨਵਾਦ ਜੀ। ਸੋ ਇਹ ਜਿਹੜਾ ਆਪਾਂ ਕਿ ਅਲੱਗ-ਅਲੱਗ ਤਰ੍ਹਾਂ ਦੇ ਐਕਸਪੀਰੀਅੰਸ ਆ ਜਿਹੜੇ ਇੱਥੇ ਬੈਠੀਆਂ ਆਪਾਂ ਕਿ ਲੇਡੀਜ਼ ਡਾਕਟਰ ਨੇ ਉਹਦੇ ਨਾਲ ਫੀਲ ਕੀਤਾ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਦੱਸਣਾ ਕਿ ਅਸੀਂ ਉਦੋਂ ਉੱਥੇ ਸੀ ਦਿੱਲੀ ਜਦੋਂ ਅੰਦੋਲਨ ਸੀਗਾ। ਮੈਂ ਉਦੋਂ ਜਿਹੜਾ ਬੇਬੇ ਬਾਪੂਆਂ ਨੂੰ ਪੱਟੀਆਂ ਦੱਸਦੀ ਰਹੀ ਹਾਂ, ਮੈਂ ਉਹਨਾਂ ਨੂੰ ਟੈਬਲੇਟ ਦਿੰਦੀ ਰਹੀ ਹਾਂ ਜਦੋਂ ਉਹਨਾਂ ਨੂੰ ਸਭ ਤੋਂ ਵੱਧ ਲੋੜ ਸੀ। ਤੇ ਆਪਾਂ ਨੂੰ ਵੀ ਚਾਹੀਦਾ ਕਿ ਆਉਣ ਵਾਲੇ ਸਮੇਂ ਵਾਸਤੇ ਜਿਹੜੀਆਂ ਹੈਗੀਆਂ ਆਪਣਾ ਧੀਆਂ ਨੂੰ ਘਰਾਂ ਚੋਂ ਬਾਹਰ ਕੱਢ ਕੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਜਿਹੜਾ ਲੈਣ ਵਾਸਤੇ, ਨੌਲੇਜ ਲੈਣ ਵਾਸਤੇ ਐਨਕਰੇਜ ਕਰੀਏ। ਬਣੇ ਰਹੋ ਗੁਰਪ੍ਰੀਤ ਕੋਹਲੀ ਟੀਵੀ ਨਾਲ, ਗੁਰਪ੍ਰੀਤ ਕੋਹਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਹਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।